हाँ जी 8th क्वेश्चन है ਨੂੰ ਫਾਰਨਹਾਈਟ ਤੇ ਸੈਲਸੀਅਸ ਵਿੱਚ ਰਿਲੇਸ਼ਨ ਦਿੱਤਾ ਹੈ 9/5 C + 32 ਤੇ ਕਿਹਾ ਗਿਆ ਹੈ ਵੀ ਇਸ ਦਾ ਕੀ ਬਣਾਓ ਗ੍ਰਾਫ ਬਣਾਓ ਸੈਲਸੀਅਸ ਨੂੰ x ਮੰਨ ਕੇ ਸੈਲਸੀਅਸ ਨੂੰ x ਮੰਨ ਕੇ ਤੇ ਫਾਰਨਹਾਈਟ ਨੂੰ y ਮੰਨ ਕੇ ਇਸ ਦਾ ਕੀ ਬਣਾਣਾ ਆਪਾਂ ਨੇ ਗ੍ਰਾਫ ਕੀ ਡਰਾ ਕਰਨਾ ਇਸ ਦਾ ਗ੍ਰਾਫ ਕਿਵੇਂ ਡਰਾ ਕਰਦੇ ਹਾਂ सब तो पहले x ਨੂੰ 0 ਪੁੱਟ ਕਰਾਂਗੇ y ਦੀ ਵੈਲਿਊ ਫਾਈਂਡ ਕਰਾਂਗੇ x ਦੀ ਵੈਲਿਊ 0 y ਕਿੰਨਾ ਆ ਗਿਆ 32 अगर y ਨੂੰ 0 ਪੁੱਟ ਕਰਾਂਗੇ ਚੈੱਕ ਕਰੋ 0 = 9/5x + 32 इधर +32 है उधर -32 = 9/5x तो x कितना आ गया -32 * 5/9 तो अपना x किस दिख को लाया -160/9 एनी गल क्लियर है मतलब समथिंग अगर आप कहिए पॉइंट ਵਿੱਚ अगर बदलिए कितना हुआ -17.5 ਇਹ ਕਿੰਨਾ ਆ ਗਿਆ -17. एनी गल क्लियर है ਆਪਾਂ ਨੂੰ ਫਾਰਨਹਾਈਟ ਤੇ ਸੈਲਸੀਅਸ ਵਿੱਚ ਰਿਲੇਸ਼ਨ ਦਿੱਤਾ ਸੀਗਾ ਇਹ ਰਿਲੇਸ਼ਨ ਤੁਹਾਨੂੰ ਗਿਵਨ ਹੈ ਕਹਿੰਦੇ ਸੈਲਸੀਅਸ ਨੂੰ x ਮੰਨਦੇ ਹੋਏ ਫਾਰਨਹਾਈਟ ਨੂੰ y ਮੰਨਦੇ ਹੋਏ ਇਸ ਦਾ ਕੀ ਡਰਾ ਕਰੋ ग्राफ किमें ड्रॉ करांगे सब तो पहले x ਨੂੰ 0 पुट करांगे y ਦੀ ਵੈਲਿਊ ਫਾਈਂਡ ਕਰਾਂਗੇ ਫਿਰ y ਨੂੰ 0 ਪੁੱਟ ਕਰਕੇ x ਦੀ ਵੈਲਿਊ ਫਾਈਂਡ ਕਰਾਂਗੇ और तो किसी को डाउट है तो ਦੱਸੋ एंड देन इज द ग्राफ बनाना है ग्राफ किमें ड्रॉ होगा चलो x की मैक्सिमम वैल्यू कितनी है -17.5 x की मैक्सिमम वैल्यू कितनी है -17.5 लाइक ऐसे उरे किते -17 है उरे किते किया -18 है पूरे बीच में चले हुआ y की मैक्सिमम वैल्यू कितनी है 32 y की मैक्सिमम वैल्यू कितनी है 32 2 ਦਾ ਗੈਪ ਲੈ ਲਿਓ 4 ਦਾ ਗੈਪ ਲੈ ਲਿਓ ਚਾहे ਤੇ ਇਹ ਦੋਨਾਂ ਨੂੰ ਜੁਆਇਨ ਕਰਕੇ ਆਪਣਾ ਇੱਕ ਹੀ ਬਣ ਜਾਊਗਾ ਗ੍ਰਾਫ ਸਮਝ ਸਕੀ ਗੱਲ ਹਾਂਜੀ ਹੋਰ ਤੱਕ ਕਲੀਅਰ ਹੈ ਸਭ ਤੋਂ ਪਹਿਲੇ ਆਪਾਂ ਨੇ x ਨੂੰ 0 ਪੁੱਟ ਕੀਤਾ y ਦੀ ਵੈਲਿਊ ਫਾਈਂਡ ਕੀਤੀ ਐਂਡ y ਨੂੰ 0 ਪੁੱਟ ਕੀਤਾ ਤੇ x ਦੀ ਵੈਲਿਊ ਫਾਈਂਡ ਕੀਤੀ ਤੇ 9 ਕਿਸ ਪ੍ਰਕਾਰ ਆ ਗਈ ਐਵੇਂ ਇਹ ਪੁਆਇੰਟ ਕੀ ਹੈਗਾ 0.32 ਤੇ ਇਹ ਪੁਆਇੰਟ ਕੀ ਹੋਇਆ -17.5,0 ਇਹ ਕਿਹੜੀ ਆ x ਐਕਸਿਸ ਇਹ ਕਿਹੜੀ ਆ y ਐਕਸਿਸ ਤੇ ਆਪਣਾ ਇਹ ਲਾਈਨ ਦੀ ਇਕੁਏਸ਼ਨ ਕੀ ਹੈਗੀ y = 9.5x + 32 ਸਮਝਿਆ ਤੁਹਾਨੂੰ ਰਿਲੇਸ਼ਨ ਦਿੱਤਾ ਸੀ ਇਹ ਵੀ ਗਿਵਨ ਹੈ ਕਿ ਸੈਲਸੀਅਸ ਨੂੰ x ਰੱਖਣਾ ਹੈ ਫਾਰਨਹਾਈਟ ਨੂੰ y ਰੱਖਣਾ ਹੈ ਜਸਟ ਇਸ ਦਾ ਗ੍ਰਾਫ ਬਣਾਉਣਾ ਹੈ ਕਿਵੇਂ ਬਣਾਵਾਂਗੇ ਗ੍ਰਾਫ x ਨੂੰ 0 पुट करके y ਦੀ वैल्यू y ਨੂੰ 0 पुट करके x ਦੀ वैल्यू ਤੇ ਆਪਣਾ ग्राफ ड्रॉ हो आगे इसका सेकंड पार्ट पढ़ो सेकंड पार्ट ਕੀ ਹੈ ਕਹਿੰਦੇ अगर टेंपरेचर 30 डिग्री सेल्सियस है व्हाट इज द टेंपरेचर इन फारेनहाइट और ਇਹਨਾਂ ਨੇ ਐਵੇਂ ਨਹੀਂ ਕਿਹਾ ਫਰੋਮ ਗ੍ਰਾਫ ਤਾਂ ਉਹ ਆਪਾਂ ਨੂੰ ਗ੍ਰਾਫ ਤੋਂ ਦਿਖਾਉਣ ਦੀ ਜ਼ਰੂਰਤ ਨਹੀਂ ਹੈ ਲਾਈਕ ਜਿਹੜਾ ਆਪਾਂ ਨੇ ਕੱਲ ਕੁਐਸਚਨ ਕੀਤਾ ਸੀ ਉਹਦੀ ਸਪੈਸ਼ਲੀ ਮੈਂਸ਼ਨ ਸੀ ਫਰੋਮ ਗ੍ਰਾਫ ਤਾਂ ਆਪਾਂ ਨੇ ਗ੍ਰਾਫ ਤੋਂ ਦਿਖਾਇਆ ਸੀ ਕਿ ਅਗਰ ਉਹ 30 ਹੈ ਤਾਂ ਉਹ ਕਿੰਨਾ ਹੋਊਗਾ लेकिन उरे इन्होंने एम नहीं किया फ्रॉम ग्राफ तो आप डायरेक्ट फाइंड कर सकते हैं इन्होंने कहा कि अगर टेंपरेचर 30 डिग्री सेल्सियस है तो फारेनहाइट अगर टेंपरेचर 30 डिग्री सेल्सियस है अगर टेंपरेचर 30 डिग्री सेल्सियस है तो फारेनहाइट 54 + 32 कितना आ गया 86 समझ आ गया इन्होंने की क्या है अगर सेल्सियस 30 डिग्री है तो फारेनहाइट पता करो जस्ट मैंने सेल्सियस ਨੂੰ 30 डिग्री पुट ਕੀਤਾ ਤੇ f ਦੀ ਵੈਲਿਊ ਫਾਈਂਡ ਕਰ ਲਈ ਕਲੀਅਰ ਹੈ ਕੋਈ ਡਾਊਟ ਹੈ ਇਹਦੇ ਇਹਨਾਂ ਜਸਟ ਇੰਨੀ ਗੱਲ ਕੀ ਹੈ ਜਿਹੜਾ ਟੈਂਪਰੇਚਰ 30 डिग्री सेल्सियस है मतलब c ਨੂੰ 30 ਭਰਨਾ ਹੈ ਤੇ f ਦੀ ਵੈਲਿਊ ਫਾਈਂਡ ਕਰਨੀ ਹੈ क्वेश्चन ਸੀਗਾ ਕਿ ਅਗਰ ਟੈਂਪਰੇਚਰ 30 डिग्री सेल्सियस है ਤਾਂ फारेनहाइट फाइंड करो c ਨੂੰ ਆਪਾਂ ਨੇ 30 ਪੁੱਟ ਕੀਤਾ ਕੈਲਕੂਲੇਸ਼ਨ ਕਰਕੇ फारेनहाइट कितना आ गया 86 अगर थर्ड पार्ट है कहते अगर फारेनहाइट 95 है तो c ਦੀ ਵੈਲਿਊ ਫਾਈਂਡ ਕਰੋ ਹੁਣ f ਨੂੰ 35 ਪੁੱਟ ਕਰਾਂਗੇ ਤੇ c ਦੀ ਵੈਲਿਊ ਫਾਈਂਡ ਕਰਾਂਗੇ ਦੇਖੋ f ਨੂੰ ਕੀ ਪੁੱਟ ਕਰਨਾ ਆਪਣੇ 95 ਤੇ c ਦੀ ਵੈਲਿਊ ਫਾਈਂਡ ਕਰਨੀ ਹੈ थर्ड पार्ट है f ਨੂੰ अगर 95 ਪੁੱਟ ਕਰਦੇ ਹਾਂ ਤਾਂ c ਦੀ ਵੈਲਿਊ ਫਾਈਂਡ ਕਰਨੀ ਹੈ फारेनहाइट कितना है 95/9/5c + 32 प्लस 32 है उधर -32 इक्वल 9/5c कितना आ गया रे 63 इक्वल 9/5c तो c कितना आ गया 63 * 5/9
9 7 जा 63 कितना आ गया 35 मतलब क्वेश्चन कुछ भी नहीं है फर्स्ट पार्ट से ਤੁਹਾਨੂੰ रिलेशन देता सेल्सियस ਨੂੰ x पुट करना है फारेनहाइट ਨੂੰ y पुट करना है ग्राफ बनाना है ग्राफ क्या बनाना है x ਨੂੰ 0 पुट ਕੀਤੀ y ਦੀ ਵੈਲਿਊ ਫਾਈਂਡ ਕੀਤੀ y ਨੂੰ 0 पुट ਕੀਤਾ x ਦੀ ਵੈਲਿਊ ਫਾਈਂਡ ਕੀਤੀ सेकंड पार्ट क्या ਸੀ कि अगर सेल्सियस 30 डिग्री है तो फारेनहाइट ਦੀ ਵੈਲਿਊ ਕੱਢੋ थर्ड पार्ट क्या कि अगर फारेनहाइट 95 है फारेनहाइट 95 है तो c की वैल्यू फाइंड करो समझ आ गई फोर्थ पार्ट क्या है कि अगर टेंपरेचर 0 डिग्री सेल्सियस है तो फारेनहाइट की वैल्यू ਕੱਢੋ वो आप कर ही चुके हैं पहले पार्ट सी करके दिखा दियो कि ਜਦੋਂ c 0 है तो f की वैल्यू कितनी है ਤੇ ਜਦੋਂ f 0 है तो c की वैल्यू कितनी है ये ਆਪਾਂ फर्स्ट पार्ट ਚ ਕਰ ਹੀ ਚੁਕੇ जब ਆਪਾਂ x ਨੂੰ 0 ਪੁੱਟ ਕੀਤਾ ਸੀ y ਦੀ ਵੈल्यू ਕੱਢੀ ਸੀ y ਨੂੰ 0 ਪੁੱਟ ਕੀਤਾ ਸੀ x ਦੀ ਵੈल्यू फाइंड ਕੀਤੀ ਸੀ ਉਹੀ ਚੀਜ਼ ਹੈ ਕਿ ਜਦੋਂ ਟੈਂਪਰੇਚਰ 0 डिग्री सेल्सियस है तो फारेनहाइट की वैल्यू फाइंड करो ਜਦੋਂ फारेनहाइट 0 है तो सेल्सियस की वैल्यू फाइंड करो क्लियर है चारों पार्ट फर्स्ट पार्ट च जस्ट x ਤੇ y ਪੁੱਟ ਕਰਕੇ ग्राफ ड्रॉ ਕੀਤਾ सेकंड च ਨਾਲ क्या c ਨੂੰ 30 ਭਰੋ भरता थर्ड पार्ट क्या f ਨੂੰ 95 करो वो भरता फोर्थ पार्ट क्या कि एक बार c ਨੂੰ 0 पुट कर दो एक बार f ਨੂੰ 0 पुट कर दो पहला c ਨੂੰ 0 पुट करके f ਦੀ वैल्यू फाइंड कर लो फिर f ਨੂੰ 0 पुट करके c ਦੀ वैल्यू फाइंड कर लो ये चारों पार्ट्स किसमें डाउट है तो दसो ओके फिफ्थ पार्ट देखो फिफ्थ पार्ट से की कहा गया है is there a temperature कि ਇੱਥੇ ਕੋਈ ਇਹੋ ਜਿਹਾ ਟੈਂਪਰੇਚਰ ਹੈ which is numerically the same in both Fahrenheit and Celsius ਕਿ ਜਿਹਦੇ ਵਿੱਚ C ਤੇ F ਦੋਨੋਂ ਇਕੁਅਲ ਹੋ ਜਾਣ ਉਹ ਕਿਹੜਾ ਟੈਂਪਰੇਚਰ ਹੈ ਜਿਸ ਤੇ ਸੈਲਸੀਅਸ ਸਕੇਲ ਤੇ ਫਾਰਨਹਾਈਟ ਸਕੇਲ ਦੋਨੋਂ ਸੇਮ ਹੋਣ मतलब F ਨੂੰ ਵੀ ਆਪਾਂ ਕੀ ਪੁੱਟ ਕਰ ਦਿੰਦੇ ਆ C ਇਹਨਾਂ ਨੇ ਕੀ ਕਿਹਾ ਸੈਲਸੀਅਸ ਤੇ ਫਾਰਨਹਾਈਟ ਦੋਨੋਂ ਕੀ ਹੋਣ ਇਕੁਅਲ ਹੋਣ ਜਾਂ ਤਾਂ ਦੋਨਾਂ ਨੂੰ C ਪੁੱਟ ਕਰ ਦੋ ਜਾਂ ਦੋਨਾਂ ਨੂੰ F ਪੁੱਟ ਕਰ ਦੋ ਇਹਨਾਂ ਨੇ ਕੀ ਕਿਹਾ ਉਹ ਕਿਹੜਾ ਟੈਂਪਰੇਚਰ ਹੈ ਜਿਸ ਤੇ F ਤੇ C ਦੋਨੋਂ ਇਕੁਅਲ ਨੇ ਮੈਂ ਦੋਨਾਂ ਨੂੰ ਕੀ ਪੁੱਟ ਕਰਤਾ C ਪੁੱਟ ਕਰਤਾ और तो C minus 9/5C equal 32 एलसीएम लिखता 5 एलसीएम आ गया 5C minus 9C equal to 32 minus 4C upon 5 equal to 32 और तो C की वैल्यू कितनी आ गई 32 multiply 5 upon minus 4 4 8 जा 32 x C कितना आ गया minus 40 मतलब -40 डिग्री ऐसा टेंपरेचर है जिस ते सेल्सियस स्केल भी 40 है -40 है ते फारेनहाइट स्केल भी कितना है -40 है कहते हो केड़ा टेंपरेचर है जिस ते F ते C आपस में सेम है या तो दोनों ਨੂੰ C पुट कर दो या दोनों ਨੂੰ F पुट कर दो ਤੇ जस्ट ਜਦੋਂ ਸੋਲਵ ਕਰਾਂਗੇ C ਦੀ ਵੈਲਿਊ ਕਿੰਨੀ ਆਗੀ -40 क्लियर है वाला क्वेश्चन कोई डाउट हो नेक्स्ट है एक्सरसाइज 4.4 4.4 चेक करो 4.4 ਦੇ ਵਿੱਚ 9th एग्जांपल है 2x + 1 = x - 3 ਕਿਤੇ ਸੋਲਵ ਦਾ ਇਕੁਏਸ਼ਨ ਨੂੰ ਸੋਲਵ ਕਰੋ ਸੋਲਵ ਕਰ ਦਿੰਦੇ ਆ ਕਿਵੇਂ ਕਰਾਂਗੇ 2x ਇਧਰ +x ਉਧਰ -x इधर +1 इधर -1 और तो x कितना है -4 सॉल्व करता किने सॉल्व करो तेनु रिप्रेजेंट करो नंबर लाइन च नंबर लाइन च तो अपन छोटे होंदे सीखिया ही है नंबर लाइन ते किਵੇਂ रिप्रेजेंट करे करदे कि लाइक एज 0 लिखता -1 -2 -3 -4 1 2 3 x = -4 रिप्रेजेंट करना है x है ते इस एक्सिस की नाम देता x बाय चांस उरे y ਹੁੰਦਾ ਤਾਂ ਇਸ ਨੂੰ ਕਿਸ ਦਾ ਨਾਮ ਦੇ ਦਿੰਦਾ y ਨੂੰ ਐਵੇਂ वर्टिकल नहीं बनानी अगर x = -4 है तो नंबर लाइन ਨੂੰ ਨਾਮ ਦੇ ਦਿਓ x एक्सिस ਦਾ ਜੇ y = ਹੁੰਦਾ ਨੰਬਰ ਲਾਈਨ ਨੂੰ ਨਾਮ ਦਿੰਦਾ y एक्सिस ਦਾ ਸਮਝ ਸਕੀ ਇਹਨਾਂ ਨੇ ਕੀ ਕਿਹਾ ਸੋਲਵ ਕਰੋ ਸੋਲਵ ਕਰਨਾ ਆਪਾਂ ਚੰਗੀ ਤਰ੍ਹਾਂ ਦਾ ਜਸਟ x ਵਾਲੀ ਸਾਈਡ ਤੇ ਕਿਤੇ ਬਿਨਾ x ਵਾਲੀ ਸਾਈਡ ਤੇ x ਦੀ ਵੈਲਿਊ ਫਾਈਂਡ ਕਰ ਲਈ ਇਹਨੂੰ ਨੰਬਰ ਲਾਈਨ ਤੇ ਸ਼ੋ ਕਰੇ ਨੰਬਰ ਲਾਈਨ ਤੇ ਕਿਵੇਂ ਸ਼ੋ ਕਰਾਂਗੇ ਨੰਬਰ ਲਾਈਨ ਬਣਾਈ ਤੇ ਇਹਦੇ ਉੱਤੇ ਆਪਾਂ ਦਿਖਾਤਾ ਆ ਸੇ ਸਾਡਾ x = -4 ਫਿਰ ਅੱਗੇ ਇਹਨਾਂ ਨੇ ਕੀ ਕਿਹਾ ਇਹਨੂੰ ਕਾਰਟੇਸੀਅਨ ਪਲੇਨ 'ਚ ਦਿਖਾਓ किस दिखाओ कार्टेशियन प्लेन ਜਦੋਂ कार्टेशियन प्लेन च बनावांगे अपन ਨੂੰ टू वेरिएबल ਦੀ ਜ਼ਰੂਰਤ ਹੈ कार्टेशियन प्लेन ਚ ਬਣਾਉਣ ਵਾਸਤੇ ਕਿੰਨੇ वेरिएबल ਦੀ ਜ਼ਰੂਰਤ ਹੈ टू वेरिएबल ਦੀ ਕਿਉਂਕਿ ਉਹਦੇ ਚ ਇਹ ਹੁੰਦਾ ਨਾ ਇੱਕ x ਹੁੰਦਾ ਹੈ ਤੇ ਇੱਕ y ਹੁੰਦਾ ਹੈ कार्टेशियन ਚ ਬਣਾਉਣ ਵਾਸਤੇ ਆਪਾਂ ਨੂੰ ਕਿੰਨੇ वेरिएबल ਦੀ ਜ਼ਰੂਰਤ ਹੈ टू वेरिएबल ਦੀ ਲੇਕਿਨ ਆਪਣੇ ਕੋਲ वेरिएबल ਕਿੰਨੇ ਹੈ ਜਸਟ 1 वेरिएबल ਤੋਂ टू वेरिएबल ਕਿਵੇਂ ਲੈ ਕੇ ਆਨੇ ਹੁੰਦੇ ਆ ਆਪਾਂ ਨੂੰ ਚੰਗੀ ਤਰ੍ਹਾਂ ਆਉਂਦਾ x + 0 * y = -4 समझ आ गई क्वेश्चन बहुत सिंपल है तो इक्वेशन लिखती है इक्वेशन देके कहते हैं सॉल्व करो सॉल्व किਵੇਂ ਕਰਾਂਗੇ
x वाले एक साइड थे, बिना x वाले एक साइड थे, x की वैल्यू आ गई -4। ਅੱਗੇ ਕਹਿੰਦੇ ਨੂੰ ਨੰਬਰ ਲਾਈਨ ਤੇ ਸ਼ੋ ਕਰੋ। ਨੰਬਰ ਲਾਈਨ ਤੇ ਸ਼ੋ ਕਰਨਾ ਆਪਾਂ ਨੂੰ 6th 7th ਚ ਵੀ ਆਂਦਾ ਸੀ। ਜਸਟ ਆਪਾਂ ਇੱਕ ਨੰਬਰ ਲਾਈਨ ਬਣਾਈ ਕਰਦੇ x -4 क्या है दिखा दो भी यहाँ से x -4। कार्टेशियन प्लेन क्या है? कार्टेशियन प्लेन टू वेरिएबल ਚ ਹੁੰਦਾ ਹੈ ਤਾਂ ਆਪਾਂ ਨੂੰ ਪਹਿਲਾਂ ਉਹਦੇ टू वेरिएबल ਲੈ ਕੇ ਆਣੇ ਪੈਣਗੇ क्योंकि वेरिएबल ਤਾਂ ਇੱਕੋ ਹੀ ਹੈ। दूसरा वेरिएबल ਕਿਵੇਂ ਲਿਖਾਂਗੇ 0 * y ਕਰਕੇ। ਤੇ ਮੈਂ ਤੁਹਾਨੂੰ ਸੋਲੂਸ਼ਨ ਵਾਲੀ ਐਕਸਰਸਾਈਜ਼ 'ਚ ਦੱਸਿਆ ਸੀ ਕਿ ਜਦੋਂ 0 * ਚ ਹੋਵੇ ਹਮੇਸ਼ਾ ਜਿਹੜਾ 0 * ਚ ਹੈ ਉਸੇ ਦੀ ਵੈਲਿਊ ਪੁੱਟ ਕਰਨੀ ਹੈ। ਜਿਹੜਾ 0 * ਚ ਹੋਵੇ ਹਮੇਸ਼ਾ ਉਸੇ ਦੀ ਵੈਲਿਊ ਪੁੱਟ ਕਰਨੀ ਹੈ। मतलब y ਨੂੰ ਹੀ 0 ਪੁੱਟ ਕਰਾਂਗੇ। देखो कार्टेशियन प्लेन की क्या गया सी जेड़ा 0 * ਚ ਹੋਵੇ ਹਮੇਸ਼ਾ ਉਸੇ ਦੀ ਵੈਲਿਊ ਪੁੱਟ ਕਰਨੀ ਹੈ। ਪੂਰੇ 0 * ਚ ਕੌਣ ਹੈ y ਤਾਂ ਆਪਾਂ y ਨੂੰ ਹੀ 0 ਪੁੱਟ ਕਰਾਂਗੇ, y ਨੂੰ ਹੀ ਆਪਾਂ 1 ਪੁੱਟ ਕਰਾਂਗੇ, y ਨੂੰ ਹੀ -1, y ਨੂੰ ਹੀ 2, y ਨੂੰ ਹੀ -2 ਤੇ y ਨੂੰ ਕੁਝ ਮਰਜ਼ੀ ਭਰੀ ਚਲੋ। मान लो देखो x ਨੂੰ x + 0 y ਨੂੰ ਅਗਰ 0 ਪੁੱਟ ਕੀਤਾ ਤਾਂ ਵੀ ਆਨਸਰ ਕਿੰਨਾ ਹੈ -4। ਜਦੋਂ y ਨੂੰ 1 ਪੁੱਟ ਕੀਤਾ ਤਾਂ ਵੀ ਆਨਸਰ ਕਿੰਨਾ ਹੈ -4। ਜੇ x ਨੂੰ -1 ਪੁੱਟ ਕਰੋਗੇ ਤਾਂ ਵੀ ਆਨਸਰ ਕਿੰਨਾ ਹੋਊ -4 -4 ਤੇਨੂੰ ਆਪਾਂ ਕਾਰਟੇशियन प्लेन ਤੇ ਕਿਵੇਂ ਦਿਖਾਵਾਂਗੇ ਚੈੱਕ ਕਰੋ। ਇੱਕ x ਐਕਸਿਸ ਹੈ, ਇੱਕ y ਐਕਸਿਸ ਹੈ। 1 2 3 4 -1 -2 -3 -4 -5 x dash 1 2 3 4 -1 -2 -3 -4 y dash ये बोली सर x -4 y 0 x -4 y 0 x -4 y 0 x -4 y 1 x -4 y 1 x -4 y -1 x -4 y -1 x -4 y 2 x -4 y 2 x -4 y -2 x -4 y -2 ਇਹ ਕਲੀਅਰ ਹੈ ਸਾਰਿਆਂ ਨੂੰ। ਇਹਨੂੰ ਜੁਆਇਨ ਕਰਤਾ ਇਹ ਆਪਣੀ ਬਣ ਗਈ ਇਨਟੂ वेरिएबल। क्वेश्चन बहुत ही ज्यादा सिंपल से ਤੁਹਾਨੂੰ ਇਕੁਏਸ਼ਨ ਦਿੱਤੀ ਗਈ ਕਹਿੰਦੇ ਇਹਨੂੰ ਸੋਲਵ ਕਰੋ। ਆਪਾਂ ਨੇ ਜਸਟ ਇਹਨੂੰ ਸੋਲਵ ਕੀਤਾ x -4 ਆ ਗਿਆ। ਕਹਿੰਦੇ ਨੰਬਰ ਲਾਈਨ ਤੇ ਦਿਖਾਓ, ਆਪਾਂ ਨੇ ਇੱਕ ਨੰਬਰ ਲਾਈਨ ਬਣਾਈ ਉਹਦੇ ਤੇ -4 ਦਿਖਾਤਾ। ਕਹਿੰਦੇ ਕਾਰਟੇशियन प्लेन ਚ ਦਿਖਾਓ, ਕਾਰਟੇशियन प्लेन ਚ ਦਿਖਾਉਣ ਵਾਸਤੇ ਆਪਾਂ ਨੂੰ ਚਾਹੀਦੇ ਨੇ टू वेरिएबल। ਪਹਿਲਾਂ ਉਹਨੇ 1 वेरिएबल ਤੋਂ 2 वेरिएबल ਬਣਾਈ। 2 वेरिएबल ਕਿਵੇਂ ਇੰਟਰੋਡਿਊਸ ਕਰਾਂਗੇ 0 * y ਕਰਕੇ। ਤੇ ਤੁਹਾਨੂੰ ਦੱਸਿਆ ਗਿਆ ਜਿਹੜਾ 0 * ਚ ਹੋਵੇ ਹਮੇਸ਼ਾ ਉਸੇ ਦੀ ਵੈਲਿਊ ਪੁੱਟ ਕਰਨੀ ਹੈ क्योंकि अगर x ਦੀ ਵੈਲਿਊ ਪੁੱਟ ਕਰੋਗੇ ਲਾਈਕ ਐਸ x ਨੂੰ 0 ਪੁੱਟ ਕਰ ਦੋਗੇ ਤਾਂ 0 + 0 * y = -4 0 = -4 which can't be possible ਜੋ ਪੋਸੀਬਲ ਨਹੀਂ ਹੋ ਸਕਦਾ। ਇਸ ਕਰਕੇ ਜਿਹੜਾ 0 * ਚ ਹੋਵੇ ਹਮੇਸ਼ਾ ਉਸੇ ਦੀ ਵੈਲਿਊ ਪੁੱਟ ਕਰਾਂਗੇ। y ਨੂੰ ਹੀ 0 y ਨੂੰ ਹੀ 1 y ਨੂੰ ਹੀ -1 y ਨੂੰ ਹੀ 2 y ਨੂੰ ਹੀ -2 ਤੇ x ਦੀ ਵੈਲਿਊਜ਼ ਆਂਦੀ ਗਈ ਉਹਨਾਂ ਨੂੰ ਆਪਾਂ ਨੇ ਪਲਾਟ ਕੀਤਾ ਤੇ ਆਪਣਾ ਗ੍ਰਾਫ ਬਣ ਗਿਆ। ਸਮਝ ਚਲੀ ਏਸੀ ਐਗਜ਼ਾਮਪਲ। ਹੁਣ ਦੇਖੋ ਐਕਸਰਸਾਈਜ਼ ਦਾ ਫਸਟ ਕੁਐਸਚਨ ਬਿਲਕੁਲ ਸੇਮ ਟੂ ਸੇਮ ਹੈ। ਇਹ ਕਰਵਾਓ ਮੇਰੇ ਨਾਲ ਲੱਗੇ y = 3 ਦਾ ਗ੍ਰਾਫ ਬਣਾਉਣਾ ਆਪਾਂ ਨੇ। y = 3 1 वेरिएबल ਚ ਤੇ 2 वेरिएबल ਚ y = 3 ਸਭ ਤੋਂ ਪਹਿਲੇ ਤੇ 1 वेरिएबल मतलब ਨੰਬਰ ਲਾਈਨ 0 1 2 3 4 -1 -2 y ਹੈ ਤਾਂ y ਨਾਮ ਦੇ ਦਿਓ। y = 3 ਆ ਸੀ ਆਪਣਾ y = ਉਹਦੇ ਚ ਆਪਾਂ ਨੇ ਸੋਲਵ ਕੀਤਾ ਸੀ, ਇਹਦੇ ਚ ਸੋਲਵ ਪਹਿਲਾਂ ਹੀ ਕਰਿਆ ਪਿਆ। ਉਹਦੇ ਚ x = ਸੀਗਾ -4 ਤਾਂ -4 ਦਿਖਾਤਾ ਸੀ, ਪੂਰੇ 3 ਤੇ ਦਿਖਾਤਾ। ठीक है आगे 2 वेरिएबल क्या है 2 वेरिएबल से लेके आने से पहले 2 वेरिएबल से लेके आओ 0 * x + y = 3 जेड़ा 0 * ਚ ਹੋਗਾ ਹਮੇਸ਼ਾ ਉਸੇ ਦੀ ਵੈਲਿਊ ਪੁੱਟ ਕਰਨੀ ਹੈ। x ਨੂੰ ਹੀ 0 ਪੁੱਟ ਕਰਾਂਗੇ, x ਨੂੰ ਹੀ 1 ਪੁੱਟ ਕਰਾਂਗੇ, x ਨੂੰ ਹੀ -1 x ਨੂੰ ਹੀ 2 x ਨੂੰ ਹੀ -2 ਤੇ ਜੋ y ਦੀ ਵੈਲਿਊਜ਼ ਆਣਗੀਆਂ ਹਮੇਸ਼ਾ ਸੇਮ ਆਣਗੀਆਂ 3 3 3 3 3 क्योंकि x ਨੂੰ ਜੋ ਮਰਜ਼ੀ ਭਰਦੇ ਚਲੋ 0 * ਸਮਥਿੰਗ 0 ਤਾਂ y = ਕੀ ਆਊਗਾ ਹਮੇਸ਼ਾ 3 ਤਾਂ इसका ग्राफ ਕਿਵੇਂ ਬਣੂਗਾ ਇਹ x एक्सिस है ये y एक्सिस है ये x डैश है ये y डैश है x की वैल्यू 1 2 3 -1 -2 -3 y की वैल्यू 1 2 3 -1 -2 -3 पूरे हो रही
x0 y3 पूरा हुआ x0 y3, क्योंकि अगर x0 है तो y एक्सिस से हुआ, y एक्सिस से 3 दे x1 y3 x minus 1 y3 x minus 1 y3 पूरे पॉइंट लिखो x2 y3 x minus 2 y3 in short y equal to 3 is the graph की बनूंगा x axis ਦੇ पैरेलल बनूंगा, किससे पैरेलल बनूंगा x axis ਦੇ, ਜਦੋਂ x equal to something ਹੁੰਦਾ है वो y axis ਦੇ पैरेलल बनता है। एक कितना ग्राफ है y equal to 3 का, समझ आ गई। क्वेश्चन कुछ भी नहीं है तो उन्होंने क्वेश्चन सॉल्व करी कराई देती, नंबर लाइन ते दिखाओ, बच्चे वाला खेल है 0 1 2 3 उरे नंबर लाइन ते दिखा दो, 2 वेरिएबल च दिखाने पहले 2 वेरिएबल च लेके आओ, जेड़ा 0 इनटू च होगा हमेशा उसी दी वैल्यू पुट करनी है ते पॉइंट लोकेट करके ग्राफ बना, समझ सके। लास्ट क्वेश्चन ऑफ दिस चैप्टर, सेकंड क्वेश्चन है 2x plus 9 equal to 0। पहला 2x equal to plus 9 याद रखे minus 9, x equal to minus 9 upon में 2, x equal to minus 4.5। इसको किससे दिखाना, सबसे पहले 1 वेरिएबल, फिर दिखाना अपने 2 वेरिएबल, पहला 1 वेरिएबल से दिखाने हैं पूरे 0 1 2 3 4 -1 -2 -3 -4 -5 पूरे x है तो x नाम देता, जे y ਹੁੰਦਾ y लिख दिंदे, पूरे x अपन की लिखता x -4.5 -4 ਤੇ -5 ਦੇ ਵਿੱਚ ਹੋਊਗਾ कौन x -4.5, समझ सकते क्लियर है जी। 2 वेरिएबल दिखाना है, पहला 2 वेरिएबल से लेके आओ, 2 वेरिएबल्स के में लेके आवांगे x + 0 * y = -4.5, पहला 2 वेरिएबल ले आए, जेड़ा 0 * च हमेशा उसी दी वैल्यू पुट करनी है, y नु ही 0 x y नु ही 0 y नु ही 1 y नु ही -1 y नु ही 2 y नु ही -2 ते x दी वैल्यू हर बार सेम ही होगी -4.5 -4.5 -4.5 -4.5 -4.5। ਤੇ इसका ग्राफ ਆਪਾਂ लोकेट कर देने आ, पहला देखो सॉरी -1 -2 -3 -4 -1 2 3 4 ये x है, x डैश है, 1 2 3 4 y है, -1 -2 -3 y डैश है, ये ओरिजिन है, x -4.5 y 0 x -4.5 y 0, अगर y 0 है तो x एक्सिस पे होगा, x एक्सिस पे -4.5 कोमा x -4.5 y 1 ये आ गया x -4.5 y 1, फिर आगे ये आ गया -4.5 2, आगे ये आ गया -4.5 -1, आगे ये वाला पॉइंट आ गया -4.5 -2, फिर लाइन बिल्कुल सीधी आ गई, क्योंकि उरे x इक्वल टू है तब y एक्सिस से पैरेलल बनोगी, ये रे ग्राफ है 2x + 9 = 0, हम सीधी लाइन चलती है। इस डाउट हो गए क्वेश्चंस पर, ओके जी, सारे क्लियर है।